ਸਤਨਾਮ ਵਾਹਿਗੁਰੂ ਸਾਹਿਬ ਜੀ। ਚੰਗਿਆਈਆਂ ਬਰਿਆਈਆਂ ਬਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਪਰਮ ਸਤਿਕਾਰਯੋਗ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਅੱਜ ਦਾ ਫਰਮਾਨ ਹੈ ਚੰਗਿਆਈਆਂ ਬਰਿਆਈਆਂ ਬਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸਾਡੇ ਕੀਤੇ ਹੋਏ ਕਰਮ ਹੀ ਬੀਜ ਦਾ ਕੰਮ ਕਰਦੇ ਨੇ। ਜੇ ਅਸੀਂ ਚੰਗੇ ਕਰਮ ਕਰਦੇ ਹਾਂ ਤਾਂ ਪੁੰਨ ਦਾ ਰੂਪ ਧਾਰਨ ਕਰਕੇ ਸਰਦੇ ਹਿਰਦੇ ਦੇ ਵਿੱਚ ਬੈਠ ਜਾਂਦੇ ਨੇ, ਤੇ ਜੋ ਅਸੀਂ ਬੁਰੇ ਕਰਮ ਕਰਦੇ ਹਾਂ ਤਾਂ ਇਹ ਪਾਪ ਬਣ ਕੇ ਸਾਡੇ ਹਿਰਦੇ ਦੇ ਵਿੱਚ ਬੈਠ ਜਾਂਦੇ ਨੇ। ਕਰਮ ਸਰੀਰ ਤੇ ਇੰਦਰੀਆਂ ਦੁਆਰਾ ਕੀਤੇ ਜਾਂਦੇ ਨੇ। ਜਿਹੜੇ ਕਰਮ ਮਨੁੱਖ ਕਰਦਾ ਨਾ, ਇਹ ਆਪਣੇ ਸਰੀਰ ਦੁਆਰਾ ਤੇ ਇੰਦਰੀਆਂ ਦੁਆਰਾ ਕਰਦਾ ਹੈ। ਜਿਹੜੇ ਚੰਗੇ ਤੇ ਸ਼ੁਭ ਕਰਮ, ਇਹ ਪਾਪਾਂ ਤੇ ਪੁੰਨਾਂ ਦਾ ਸੰਸਕਾਰ ਬਣਾਉਂਦੇ ਨੇ। ਜਿਹੜੇ ਚੰਗੇ ਕਰਮ ਕਰਨੇ ਨੇ ਉਹ ਪੁੰਨ ਦੇ ਸੰਸਕਾਰ ਪੈਦਾ ਕਰਦੇ ਨੇ, ਤੇ ਜਿਹੜੇ ਮਾੜੇ ਸਾਡੇ ਸੰਸਕਾਰ ਨੇ ਉਹ ਸਾਡੇ ਪਾਪ ਬਣ ਜਾਂਦੇ ਨੇ। ਸਾਡੇ ਸੰਸਕਾਰ ਹੀ ਪੁੰਨ ਤੇ ਪਾਪ ਹਨ। ਪਾਪ ਦਾ ਮੁਕਾਬਲਾ ਪੁੰਨ ਕਰਦੇ ਨੇ ਤੇ ਪੁੰਨਾਂ ਨੂੰ ਪਾਪ ਖਤਮ ਕਰ ਦਿੰਦੇ ਨੇ। ਪਾਪ ਕੀ ਹਨ ਤੇ ਪੁੰਨ ਕੀ ਹਨ? ਪਾਪ ਦੇ ਸੰਸਕਾਰ ਤੇ ਪੁੰਨ ਦੇ ਸੰਸਕਾਰ। ਮਨੁੱਖ ਦੇ ਜਿਸ ਵਿਚਾਰ ਅਤੇ ਕਰਮ ਦੁਆਰਾ ਦੂਸਰਿਆਂ ਨੂੰ ਸੁੱਖ ਮਿਲੇ ਤੇ ਦੂਜਿਆਂ ਦਾ ਭਲਾ ਹੋਵੇ, ਉਹ ਪੁੰਨ ਹੈ। ਤੇ ਮਨੁੱਖ ਦੇ ਜਿਸ ਵਿਚਾਰ ਅਤੇ ਕਰਮ ਦੁਆਰਾ ਦੂਜਿਆਂ ਨੂੰ ਦੁੱਖ ਮਿਲੇ ਤੇ ਦੂਜਿਆਂ ਦਾ ਬੁਰਾ ਹੋਵੇ, ਉਹ ਪਾਪ ਕਰਮ ਹੈ। ਜਿਹੜਾ ਅੱਜ ਦਾ ਯੁੱਗ ਹੈ ਉਹ ਐਸਾ ਹੀ ਹੈ। ਬਹੁਤੇ ਲੋਕ ਦੂਜਿਆਂ ਦੇ ਦੁੱਖ ਦੇ ਵਿੱਚੋਂ ਆਪਣੇ ਸੁੱਖ ਲੱਭਦੇ ਨੇ। ਇਸ ਵਾਸਤੇ ਇਹ ਦੁਨੀਆ ਨਰਕ ਬਣੀ ਪਈ ਹੋਈ ਹੈ, ਕਿਉਂਕਿ ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਦੁਆਰੇ ਦੁਆਰ ਸਵਾਣ ਜੋ ਭਟਕਤ ਨਹੀਂ, ਸੁਧ ਰਾਮ ਭਜਨ ਕੀ। ਪਰਮਾਤਮਾ ਨੂੰ ਛੱਡ ਕੇ ਹੋਰਨਾਂ ਥਾਵਾਂ ਦੇ ਉੱਤੋਂ ਲੋਕ ਸੁੱਖ ਲੱਭਦੇ ਫਿਰਦੇ ਨੇ। ਇਸ ਕਰਕੇ ਜਿਹੜੀ ਜ਼ਿੰਦਗੀ ਆ, ਇਹ ਦੁਨੀਆ, ਇਹ ਨਰਕ ਬਣੀ ਪਈ ਆ। ਤੇ ਨਰਕ ਦੇ ਬਾਰੇ ਇਹੋ ਧਾਰਨਾ ਹੈ ਕਿ ਨਰਕਾਂ ਦੇ ਵਿੱਚ ਪਾਪੀ ਲੋਕਾਂ ਦਾ ਨਿਵਾਸ ਹੁੰਦਾ ਹੈ, ਤੇ ਇਸ ਧਰਤੀ ਦੇ ਉੱਤੇ ਬਹੁਤੇ ਜਿਹੜੇ ਲੋਕ ਨੇ ਉਹ ਪਾਪੀ ਵਸਦੇ ਨੇ। ਪਾਪੀ ਲੋਕ ਧਰਤੀ ਦੇ ਉੱਤੇ ਨਿਵਾਸ ਕਰਦੇ ਨੇ। ਇਸ ਕਰਕੇ ਧਰਤੀ ਨਰਕ ਬਣੀ ਪਈ ਹੈ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੂ, ਆਪੇ ਬੀਜ ਆਪੇ ਹੀ ਖਾਹੂ। ਕੁਦਰਤ ਦਾ ਇੱਕ ਟੱਲ ਨਿਯਮ ਹੈ, ਜਿਹੜਾ ਧਰਤੀ ਤੇ ਕੰਮ ਕਰਦਾ ਹੈ ਕਿ ਜੋ ਬੀਜਿਆ ਹੋਇਆ ਬੀਜ ਹੈ ਉਹ ਨੇਕਾ ਬੀਜ ਹੋ ਕੇ ਪ੍ਰਗਟ ਹੁੰਦਾ। ਬੀਜ ਜਿਹੋ ਜਿਹਾ ਮਰਜ਼ੀ ਹੋਵੇ, ਉਹ ਬੀਜ ਕਈ ਗੁਣਾ ਵੱਧ ਕੇ ਫਲਦਾ। ਜਿਵੇਂ ਕਿਸਾਨ ਇੱਕ ਬੀਜ ਬੀਜਦਾ, ਇੱਕ ਪੇੜ ਦਾ ਬੀਜ ਹੈ, ਉਹ ਜਦੋਂ ਪੇੜ ਵੱਧਦਾ ਫੁੱਲਦਾ ਤੇ ਉਹਨੂੰ ਅਨੇਕਾਂ ਹੀ ਫਲ ਲੱਗਦੇ ਨੇ। ਇਸੇ ਤਰ੍ਹਾਂ ਬੀਜ ਇੱਕੋ ਹੀ ਬੀਜਿਆ ਜਾਂਦਾ। ਤੇ ਇਸੇ ਤਰ੍ਹਾਂ ਗੁਰਮੁਖ ਕਰੋ ਪਿਆਰਿਓ, ਭਾਵੇਂ ਚੰਗਾ ਕਰਮ ਕਰਿਆ ਹੋਵੇ ਤੇ ਭਾਵੇਂ ਬੁਰਾ ਕਰਮ ਕਰਿਆ ਹੋਵੇ, ਇਹ ਗੁਰਮੁਖ ਪਿਆਰਿਓ ਦੁੱਗਣਾ ਹੋ ਕੇ ਫਲਦਾ। ਭੈੜੇ ਕਰਮ ਦਾ ਜਿਹੜਾ ਫਲ ਉਹ ਪਾਪ ਬਣਦਾ,
ਤੇ ਚੰਗੇ ਕਰਮ ਦਾ ਜਿਹੜਾ ਫਲ ਆ ਉਹ ਪੁੰਨ ਬਣਦਾ ਤੇ ਮਿਲਦਾ ਇਹ ਦੁੱਗਣਾ ਹੋ ਕੇ, ਚੌਗਣਾ ਹੋ ਕੇ ਮਿਲਦਾ। ਕਿਸੇ ਨੂੰ ਦਿੱਤਾ ਹੋਇਆ ਦੁੱਖ, ਉਹ ਦੁੱਖ ਸਾਨੂੰ ਚੌਗਣਾ ਹੋ ਕੇ ਮਿਲਣਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਈ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਝ ਪਾਏ। ਜੇ ਅਸੀਂ ਬੁਰੇ ਦਾ ਵੀ ਭਲਾ ਕਰਾਂਗੇ ਤਾਂ ਫਿਰ ਇਸ ਦੇਹ ਨੂੰ ਦੁੱਖ ਨਹੀਂ ਲੱਗਦਾ, ਫਰੀਦ ਜੀ ਕਹਿੰਦੇ, ਕਿਉਂਕਿ ਦਿੱਤਾ ਹੋਇਆ ਕਿਸੇ ਨੂੰ ਦੁੱਖ ਚੌਗਣਾ ਹੋ ਕੇ ਫਲਦਾ, ਤੇ ਦਿੱਤਾ ਹੋਇਆ ਸੁੱਖ ਇਹ ਵੀ ਚੌਗਣਾ ਹੋ ਕੇ, ਕਈ ਗੁਣਾ ਹੋ ਕੇ, ਵੱਧ ਕੇ ਮਨੁੱਖ ਨੂੰ ਵਾਪਸ ਮਿਲਦਾ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਸ ਹੱਥ ਨਾ ਆਵੇ। ਜੋ ਮਨੁੱਖ ਕਿਸੇ ਨੂੰ ਦਿੰਦਾ ਉਹੀ ਆਪਣਾ ਦਿੱਤਾ ਹੋਇਆ, ਅਣ ਦਿੱਤਾ ਕਿਸੇ ਦੇ ਹੱਥ ਨਹੀਂ ਆਉਂਦਾ ਵਾਪਸ। ਬਹੁਤੇ ਲੋਕਾਂ ਦੇ ਦੁੱਖਾਂ ਦੀਆਂ ਕਹਾਣੀਆਂ ਇਹ ਗੱਲ ਦਾ ਸਬੂਤ ਨੇ ਕਿ ਦਿੱਤੇ ਹੋਏ ਦੁੱਖ ਤੇ ਕਮਾਏ ਹੋਏ ਕਰਮਾਂ ਦਾ ਫਲ ਉਹਨਾਂ ਦੀ ਝੋਲੀ ਦੇ ਵਿੱਚ ਭਰਿਆ ਪਿਆ ਹੈ। ਆਪਾਂ ਆਮ ਕਹਿ ਦਿੰਦੇ ਹਾਂ ਵੀ ਇਸ ਬੰਦੇ ਨੇ ਬੜੇ ਪਾਪ ਕਰਮ ਕੀਤੇ ਨੇ, ਇਸ ਕਰਕੇ ਇਹਨੂੰ ਇੱਥੇ ਹੁਣ ਭੋਗਣੇ ਪੈਂਦੇ ਨੇ। ਇਸ ਕਰਕੇ ਜਿਹੜਾ ਪਾਪਾਂ ਦਾ ਫਲ ਹੈ, ਜਿਹੜਾ ਪਾਪ ਕਰਮਾਂ ਦਾ ਫਲ ਉਹ ਬਹੁਤ ਜ਼ਿਆਦਾ ਹੋ ਕੇ ਮਿਲਦਾ, ਤੇ ਪੁੰਨਾਂ ਦਾ ਫਲ ਵੀ ਬਹੁਤ ਜ਼ਿਆਦਾ ਹੋ ਕੇ ਮਿਲਦਾ। ਕਿ ਜਿਹੜਾ ਨਿਯਮ ਧਰਤੀ ਦੇ ਉੱਪਰ ਲਾਗੂ ਹੁੰਦਾ ਨਾ, ਉਹੀ ਨਿਯਮ ਇਸ ਸਰੀਰ ਦੇ ਉੱਤੇ ਲਾਗੂ ਆ। ਸਰੀਰ ਵੀ ਇੱਕ ਖੇਤ ਹੈ, ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਏ। ਖੇਤ ਸਰੀਰ ਦੇ ਵਿੱਚ ਜੋ ਵੀ ਬੀਜ ਇਸ ਗਿਆਨ ਇੰਦਰੀਆਂ ਦੇ ਨਾਲ ਜਾਂ ਕਰਮ ਇੰਦਰੀਆਂ ਦੇ ਨਾਲ ਮਨੁੱਖ ਕਰਦਾ, ਉਹ ਇਹਨੂੰ ਦੁੱਗਣਾ ਚੌਗਣਾ ਹੋ ਕੇ ਮਿਲਦਾ। ਖੇਤ ਸਰੀਰ ਜੋ ਬੀਜੀਏ, ਸਰੀਰ ਇੱਕ ਖੇਤ ਹੈ, ਇਹਦੇ ਵਿੱਚ ਜਿਹੋ ਜਿਹਾ ਕੋਈ ਬੀਜ ਬੀਜਦਾ ਉਹੋ ਜਿਹਾ ਮਨੁੱਖ ਨੂੰ ਫਲ ਪ੍ਰਾਪਤ ਹੁੰਦਾ। ਇਹ ਕਰਮ ਭੂਮੀ ਹੈ, ਮਨੁੱਖੀ ਸਰੀਰ ਹੈ। ਹਰ ਕਰਮ ਸਰੀਰ ਦੇ ਅੰਦਰ ਬੀਜ ਦਾ ਕਰਮ ਕਰਦਾ। ਜਿਹੋ ਜਿਹਾ ਬੀਜ ਬੀਜਿਆ ਜਾਵੇ ਉਹੋ ਜਿਹਾ ਫਲ ਮਨੁੱਖ ਨੂੰ ਮਿਲਦਾ। ਸੋ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਈ। ਅੰਤ ਉਹੀ ਮਿਲਣਾ ਜਿਹੜਾ ਇਸ ਸਰੀਰ ਰਾਹੀਂ, ਕਰਮ ਇੰਦਰੀਆਂ ਰਾਹੀਂ ਤੇ ਕਰ ਕਮਲਾਂ ਦੇ ਨਾਲ ਕੀਤਾ ਜਾਂਦਾ। ਹਰ ਕਰਮ ਤੋਂ ਸੁਭਾਅ ਬਣਦੇ ਨੇ ਤੇ ਸੁਭਾਅ ਤੋਂ ਸੰਸਕਾਰ ਬਣਦੇ ਨੇ। ਹੁਣ ਹਰੇਕ ਬੀਜ ਦੀ ਤਸੀਰ ਜਿਹੜੀ ਉਹ ਸੁਭਾਅ, ਹਰੇਕ ਬੀਜ ਦੀ ਅਲੱਗ ਅਲੱਗ ਤਸੀਰ ਹੁੰਦੀ ਆ। ਬੀਜ ਕੋਈ ਕੌੜੇ ਤੇ ਕੋਈ ਮਿੱਠੇ ਹੁੰਦੇ ਨੇ। ਹਰ ਕਰਮ ਦੀ ਤਸੀਰ ਆ ਜਿਹੜੀ ਅਲੱਗ ਅਲੱਗ ਹੁੰਦੀ ਆ। ਕੋਈ ਕਰਮ ਪਾਪਾਂ ਦੇ ਸੰਸਕਾਰ ਬਣਾਉਂਦੇ ਨੇ ਤੇ ਕੋਈ ਐਸੇ ਕਰਮ ਹੁੰਦੇ ਨੇ ਜੋ ਪੁੰਨਾਂ ਦੇ ਸੰਸਕਾਰ ਬਣਾਉਂਦੇ ਨੇ। ਉਹਨਾਂ ਸੰਸਕਾਰਾਂ ਤੋਂ ਹੀ ਅੱਗੇ ਕੌੜੇ, ਫਿੱਕੇ ਜਾਂ ਮਿੱਠੇ ਸੁਭਾਅ ਦਾ ਜਨਮ ਹੁੰਦਾ ਹੈ। ਉਹ ਸੁਭਾਅ ਅੱਗੋਂ ਮਨੁੱਖ ਦੇ ਦੁੱਖ ਸੁੱਖ ਦੇ ਵਿੱਚ ਕੰਮ ਕਰਦਾ। ਇੰਨੀ ਵਜਾਹਤ ਕਾਰਨ ਬੀਜਿਆ ਹੋਇਆ ਬੀਜ ਹੀ ਸਾਡੀ ਝੋਲੀ ਦੇ ਵਿੱਚ ਕਈ ਗੁਣਾ ਵੱਧ ਕੇ ਹੋ ਆਉਂਦਾ। ਅਤੇ ਇਹੀ ਕਾਰਨ ਹੈ ਕਿ ਸਾਰੇ ਅਧਿਆਤਮਿਕ ਜਿਹੜੇ ਲੋਕ ਨੇ ਸਾਨੂੰ ਕਰਮਾਂ ਪ੍ਰਤੀ ਪੂਰਨ ਸੁਚੇਤ ਹੋਣ ਦਾ ਉਪਦੇਸ਼ ਕਰਦੇ ਨੇ, ਕਿਉਂਕਿ ਸਾਡੇ ਕਰਮਾਂ ਦਾ ਫਲ ਹੀ ਪਾਪ ਬਣਦਾ ਹੈ ਅਤੇ ਕਰਮਾਂ ਦਾ ਫਲ ਹੀ ਪੁੰਨ ਬਣਦਾ। ਫਿਰ ਇਹ ਫਲ ਸਾਡੇ ਕਰਮਾਂ ਦਾ ਸਾਨੂੰ ਹੀ ਭੋਗਣਾ ਪੈਂਦਾ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਐ ਮਨੁੱਖ, ਹਰ ਕਰਮ ਦਾ ਫਲ ਤੈਨੂੰ ਭੋਗਣਾ ਪੈਣਾ। ਇਸ ਕਰਕੇ ਕੋਈ ਐਸੀ ਬੁਰੀ ਘਾਲ ਨਾ ਘਾਲ ਜਿਹਦਾ ਕੀਤਾ ਹੋਇਆ ਤੈਥੋਂ ਭੋਗਿਆ ਨਾ ਜਾਵੇ। ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ। ਬਹੁਤੇ ਲੋਕਾਂ ਨੂੰ ਚੰਗੇ ਤੇ ਬੁਰੇ ਕਰਮ ਕਰਨ ਤੋਂ ਪਹਿਲਾਂ ਪਤਾ ਹੁੰਦਾ। ਇਹ ਮਨੁੱਖੀ ਜਿਹੜਾ ਮਨ ਆ ਨਾ, ਇਹ ਮਨੁੱਖ ਨੂੰ ਭੈੜੇ ਕਰਮ ਕਰਨ ਤੋਂ ਰੋਕਦਾ ਹੈ। ਪਹਿਲਾਂ ਸੁਚੇਤ ਕਰਦਾ ਵੀ ਨਾ ਭਲਿਆ ਲੋਕਾਂ, ਇਹ ਭੈੜਾ ਕਰਮ ਨਾ ਕਰ, ਇਹਦਾ ਤੈਨੂੰ ਫਲ ਭੋਗਣਾ ਪੈਂਦਾ, ਸੁਚੇਤ ਕਰਦਾ ਹੈ। ਪਰ ਮਨੁੱਖ ਆ ਜਿਹੜਾ, ਇਹਨੂੰ ਅਣਗੌਲਿਆ ਕਰਕੇ ਭੈੜੇ ਕਰਮ ਕਰਦਾ। ਬੁਰੇ ਕਾਮ ਕੋ ਊਠ ਖਲੋਆ, ਨਾਮ ਕੀ ਵੇਲਾ ਪੈ ਪੈ ਸੋਇਆ। ਬੁਰੇ ਕਰਮ ਕਰਨ ਵਾਸਤੇ ਭੱਜਦਾ, ਪਰ ਜਦੋਂ
ਵਾਹਿਗੁਰੂ ਦਾ ਨਾਮ ਜਪਣ ਦਾ ਵੇਲਾ ਹੁੰਦਾ ਉਦੋਂ ਇਹ ਸੌਣ ਦੇ ਵਿੱਚ ਗੁਜ਼ਾਰ ਦਿੰਦਾ। ਪਰ ਫਿਰ ਵੀ ਸਾਡੇ ਮਨ ਦੇ ਸਮਝਾਉਣ 'ਤੇ ਵੀ ਜਾਂ ਕਥਾ ਕਹਾਣੀਆਂ ਸੁਣਨ ਦੇ ਬਾਅਦ ਵੀ ਫਿਰ ਵੀ ਇਹ ਜਿਹੜਾ ਮਨੁੱਖ ਹੈ ਬੁਰੇ ਕਰਮ ਕਰਦਾ ਜਾਂਦਾ ਹੈ। ਬੰਦੇ ਦੇ ਅੰਦਰੋਂ ਲੋਭ ਅਤੇ ਹੰਕਾਰ ਇਹ ਪ੍ਰਬਲ ਕੰਮ ਕਰਦਾ ਹੈ। ਉਹ ਲੋਭ ਜਾਂ ਹਉਮੈ ਨੂੰ ਪਾਲਣ ਵਾਸਤੇ ਬੁਰੇ ਤੋਂ ਬੁਰੇ ਕਰਮ ਵੀ ਕਰ ਦਿੰਦੇ ਨੇ। ਪਰ ਹਰ ਬੁਰਾਈ ਪਿੱਛੇ ਪਛਤਾਵਾ ਲੁਕਿਆ ਹੁੰਦਾ ਹੈ। ਪਾਪੀ ਮਨੁੱਖਾਂ ਦੀ ਜ਼ਿੰਦਗੀ ਦੇ ਵਿੱਚ ਸਿਵਾਏ ਪਛਤਾਵੇ ਤੋਂ ਕੁਝ ਨਹੀਂ ਬਚਦਾ। ਇਹ ਚੰਗੇ ਤੇ ਬੁਰੇ ਕਰਮ ਕੇਵਲ ਮਨੁੱਖੀ ਜ਼ਿੰਦਗੀ ਵਿੱਚ ਹੀ ਮਤਲਬ ਰੱਖਦੇ ਨੇ। ਪਸ਼ੂ ਪੰਛੀਆਂ ਦੀ ਦੁਨੀਆ ਦੇ ਵਿੱਚ ਪਾਪ ਪੁੰਨ ਦਾ ਕੋਈ ਮਤਲਬ ਨਹੀਂ ਹੁੰਦਾ। ਪਸ਼ੂ ਪੰਛੀਆਂ ਦੀ ਜੂਨ ਕੇਵਲ ਭੋਗ ਜੂਨ ਹੈ। ਪਸ਼ੂ ਪੰਛੀ ਇਸ ਦੁਨੀਆ ਦੇ ਵਿੱਚ ਕੇਵਲ ਜੂਨ ਭੋਗਣ ਆਏ ਹੁੰਦੇ ਨੇ। ਉਹਨਾਂ ਦੇ ਸੰਸਕਾਰ ਕੇਵਲ ਭੋਗਣ ਤੱਕ ਹੀ ਸੀਮਿਤ ਨੇ। ਪਰ ਮਨੁੱਖ ਜੂਨ ਭੋਗ ਜੂਨ ਦੇ ਨਾਲ ਨਾਲ ਕਰਮ ਜੂਨ ਵੀ ਹੈ। ਪਸ਼ੂ ਜਨ ਕਰਮ ਜੂਨ ਨਹੀਂ ਹਨ। ਪਸ਼ੂ ਦੁਨੀਆ ਵਿੱਚ ਕੁਝ ਖਾਸ ਨਹੀਂ ਕਰ ਸਕਦੇ, ਕੇਵਲ ਭੋਗ ਸਕਦੇ ਨੇ। ਮਨੁੱਖ ਜਨਮ ਭੋਗ ਜਨਮ ਵੀ ਹੈ ਅਤੇ ਕਰਮ ਜਨਮ ਵੀ ਹੈ। ਮਨੁੱਖ ਭੋਗਣ ਤੋਂ ਇਲਾਵਾ ਕੁਝ ਕਰਨ ਵਾਸਤੇ ਵੀ ਆਇਆ ਹੈ। ਅਗਰ ਮਨੁੱਖ ਕੇਵਲ ਭੋਗ ਕਿਰਿਆ ਕਰਮਾਂ ਵਿੱਚ ਹੀ ਉਲਝ ਜਾਵੇ, ਇਹ ਪਸ਼ੂਆਂ ਤੋਂ ਬਹੁਤ ਅੱਗੇ ਨਹੀਂ ਜਾ ਸਕਦਾ। ਕੇਵਲ ਪਸ਼ੂ ਕਿਰਿਆ ਹੀ ਕਰੇਗਾ। ਮਨੁੱਖ ਪਸ਼ੂ ਪੰਛੀਆਂ ਤੋਂ ਬਹੁਤ ਅੱਗੇ ਵੱਧ ਸਕੇ, ਇਸ ਵਾਸਤੇ ਅਧਿਆਤਮ ਪੁਰਖਾਂ ਨੇ ਸਤ ਸੰਗਤ ਈਜਾਦ ਕੀਤੀ ਹੈ। ਸਤ ਸੰਗਤ ਦੇ ਵਿੱਚ ਉਪਦੇਸ਼ ਮਿਲਦਾ ਹੈ ਕਿ ਮਨੁੱਖ ਕੋਲੋਂ ਕਰਮਾਂ ਦਾ ਬੀਜ ਬੀਜਣ ਲੱਗਿਆਂ ਕੋਈ ਭੁੱਲ ਨਾ ਹੋਵੇ, ਕਿਉਂਕਿ ਆਪਣਾ ਬੀਜਿਆ ਆਪ ਹੀ ਖਾਣਾ ਪੈਂਦਾ ਹੈ। ਜਾਨੀ ਕਿ ਸਾਡੇ ਜਨਮ ਮਰਨ ਦਾ ਗੇੜ ਸੰਸਕਾਰਾਂ ਕਰਮਾਂ ਦੇ ਆਧਾਰ 'ਤੇ ਬਣਦਾ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਇਹ ਹੈ ਸਾਡੇ ਕਰਮਾਂ ਦੀ ਖੇਡ। ਜੇ ਚੰਗਾ ਕਰਮ ਕਰਾਂਗੇ ਤਾਂ ਚੰਗਾ ਫਲ ਪ੍ਰਾਪਤ ਕਰਾਂਗੇ, ਜੇ ਭੈੜਾ ਕਰਮ ਕਰਾਂਗੇ ਤਾਂ ਭੈੜੇ ਕਰਮ ਪ੍ਰਾਪਤ ਕਰਾਂਗੇ। ਜਿਹਾ ਵੀ ਜੇ ਸੋਲੁਣੇ ਕਰਮਾਂ ਸੰਧੜਾ ਖੇਤ। ਇਹ ਜਿਹੜਾ ਖੇਤ ਆ, ਸਰੀਰ ਖੇਤ ਆ ਨਾ, ਇਹ ਕਰਮਾਂ ਦੇ ਸਿਰ 'ਤੇ ਆ। ਜਿਹੇ ਜਿਹਾ ਇਹਦੇ ਵਿੱਚ ਕੋਈ ਬੀਜਦਾ ਉਹੋ ਜਿਹਾ ਪ੍ਰਗਟ ਹੁੰਦਾ ਹੈ। ਸੋ ਬਚ ਕੇ ਗੁਰਮੁਖ ਪਿਆਰੋ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰੀਏ। ਪਾਪਾਂ ਤੋਂ ਬਚ ਕੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ, ਸਤ ਸੰਗਤ ਦੇ ਨਾਲ ਜੁੜ ਕੇ ਅਸੀਂ ਚੰਗੇ ਕਰਮਾਂ ਦੇ ਵਿੱਚ ਇਸ ਮਨ ਨੂੰ ਅਤੇ ਸਰੀਰ ਨੂੰ ਲਾਈਏ, ਤਾਂ ਤੇ ਲੋਕ ਸੁਖੀਏ ਪਰਲੋਕ ਸਹੇਲੇ ਵਾਲਾ ਜੀਵਨ ਬਣ ਜਾਵੇ। ਬੋਲਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।